Dr. Ravi Garg, Director Pioneer Immigration, ICCRC member authorized by Canada Government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਫੇਸਬੁੱਕ ਤੇ ਟੈਕਨੀਕਲ ਪ੍ਰੋਬਲਮ ਕਰਕੇ ਦੁਬਾਰਾ ਲਾਈਵ ਸੈਸ਼ਨ ਸ਼ੁਰੂ ਕਰਦੇ ਪਏ ਆ। ਸੋ ਆਈਲੈਟਸ ਸੈਂਟਰਸ ਖੁੱਲ੍ਹ ਗਏ ਨੇ। ਸਟੂਡੈਂਟਸ ਜਿਹੜੇ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਆਈਲੈਟਸ ਸੈਂਟਰਸ ਨੂੰ ਜੁਆਇਨ ਕਰਕੇ ਆਨਲਾਈਨ ਕਲਾਸਿਸ ਜਾਂ ਇਨ ਕਲਾਸ ਪਰਸਨਲ ਜਿਹੜੀ ਹੈ ਫੇਸ ਟੂ ਫੇਸ ਕਲਾਸਿਸ ਜੁਆਇਨ ਕਰਕੇ ਔਰ ਆਈਲੈਟਸ ਦੀ ਟ੍ਰੇਨਿੰਗ ਲੈ ਕੇ ਛੇਤੀ ਆਈਲੈਟਸ ਦਾ ਟੈਸਟ ਦੇ ਦੇਣ ਤਾਂ ਕਿ ਛੇਤੀ ਉਹਨਾਂ ਦਾ ਅਪਲਾਈ ਹੋ ਸਕੇ। VFS ਖੁੱਲ੍ਹ ਗਏ ਨੇ। ਬਾਇਓਮੈਟ੍ਰਿਕਸ ਦੀ ਡੇਟਸ ਆਲਰੇਡੀ ਸਟੂਡੈਂਟਸ ਨੂੰ ਮਿਲ ਚੁੱਕੀਆਂ ਨੇ ਔਰ ਬਾਇਓਮੈਟ੍ਰਿਕਸ ਕਾਫੀ ਸਟੂਡੈਂਟਸ ਦੇ ਹੋ ਵੀ ਚੁੱਕੇ ਨੇ। ਇਸ ਵਕਤ ਅਗਸਤ ਐਂਡ ਦੀ ਡੇਟਸ ਮਿਲਦੀਆਂ ਪਈਆਂ ਨੇ ਬਾਇਓਮੈਟ੍ਰਿਕਸ ਦੀਆਂ। ਔਰ ਸਟੈਂਪਿੰਗ ਜਿਹੜੀ ਹੈ ਪਾਸਪੋਰਟ ਦੇ ਉੱਪਰ ਜਿਹੜੀ 2-ਵੇ ਕੁਰੀਅਰ ਦੇ ਰਾਹੀਂ ਵੀਜ਼ਾ ਸਟੈਂਪਿੰਗ ਦੀ ਪਾਸਪੋਰਟ ਰਿਕੁਐਸਟ ਹਾਲੇ ਆਉਣੀ ਸ਼ੁਰੂ ਨਹੀਂ ਹੋਈ। ਜਿਸ ਤਰੀਕੇ ਨਾਲ ਸਾਰਾ ਕੁਝ ਖੁੱਲ੍ਹਦਾ ਪਿਆ ਹੈਗਾ, ਆਈ ਹੋਪ ਕਿ ਪਾਸਪੋਰਟ ਸਟੈਂਪਿੰਗ ਵੀ ਛੇਤੀ ਸ਼ੁਰੂ ਹੋ ਜਾਣੀ ਚਾਹੀਦੀ ਹੈਗੀ ਹੈ। 31 ਜੁਲਾਈ ਤੱਕ ਫਲਾਈਟਸ ਬੰਦ ਨੇ ਇੰਡੀਆ ਤੋਂ ਕੈਨੇਡਾ ਵਾਸਤੇ, ਤੇ ਉਸ ਤੋਂ ਬਾਅਦ ਆਈ ਹੋਪ ਕਿ ਇਸ ਵਾਰ ਹਾਲਾਂਕਿ ਮਹੀਨਾ ਐਕਸਟੈਂਡ ਕਰਕੇ 31 ਜੁਲਾਈ ਤੱਕ ਬੰਦ ਹੋ ਗਈਆਂ, ਲੇਕਿਨ ਇਸ ਵਾਰ ਆਈ ਹੋਪ ਕਿ ਜਿਸ ਤਰੀਕੇ ਨਾਲ ਕਰੋਨਾ ਦੇ ਕੇਸਿਸ ਕਾਫੀ ਘਟ ਗਏ ਨੇ, ਸੋ ਕਾਫੀ ਉਮੀਦ ਹੈਗੀ ਹੈ ਕਿ ਇਸ ਵਾਰ 31 ਜੁਲਾਈ ਤੋਂ ਬਾਅਦ ਫਲਾਈਟਸ ਖੁੱਲ੍ਹਣ ਦੀ ਪੂਰੀ ਸੰਭਾਵਨਾ ਹੈਗੀ ਹੈ। ਸਟੂਡੈਂਟਸ ਤਿਆਰੀ ਕਰ ਲੈਣ ਔਰ ਬੁਕਿੰਗ ਵੀ ਕਰਵਾ ਲੈਣ। ਆਈ ਹੋਪ ਕਿ ਕੋਈ ਪ੍ਰੋਬਲਮ ਨਾ ਆਵੇ। ਔਰ ਜਿਸ ਤਰ੍ਹਾਂ ਪਿਛਲੇ ਲਾਈਵ ਸੈਸ਼ਨ ਦੇ ਵਿੱਚ ਗੱਲਬਾਤ ਕੀਤੀ ਸੀ ਅਸੀਂ ਕਿ ਜਿਨ੍ਹਾਂ ਦੀ ਜਿਹੜੇ ਜਾਣ ਵਾਲੇ ਟਰੈਵਲਰਸ ਨੇ, ਵਿਜ਼ਿਟਰਸ ਨੇ ਜਿਹੜੇ ਸਟੂਡੈਂਟ ਵੀਜ਼ਾ ਜਾਂ ਕਿਸੇ ਵੀ ਵੀਜ਼ਾ ਤੇ, ਉਹ ਅਗਰ ਫੁੱਲੀ ਵੈਕਸੀਨੇਟਡ ਨੇ, ਜਿਸ ਦਾ ਮਤਲਬ ਇਹ ਕਿ ਅਗਰ ਦੋਨੋਂ ਡੋਜ਼ਸ ਜਿਹੜੀਆਂ ਲੱਗ ਚੁੱਕੀਆਂ ਨੇ, ਜੌਨਸਨ ਐਂਡ ਜੌਨਸਨ ਦੀ ਇੱਕ ਹੈਗੀ ਹੈ ਜਿਸ ਦੀ ਸਿੰਗਲ ਡੋਜ਼ ਹੀ ਕਾਫੀ ਹੁੰਦੀ ਹੈ, ਬਾਕੀ ਜਿੰਨੀਆਂ ਵੀ ਨੇ ਵੈਕਸੀਨਸ ਉਹਨਾਂ ਦੀਆਂ 2 ਡੋਜ਼ਸ ਲੈਣੀਆਂ ਹੁੰਦੀਆਂ ਨੇ। ਔਰ ਜਿਨ੍ਹਾਂ ਨੇ ਦੋਨੋਂ ਡੋਜ਼ਸ ਲੈ ਚੁੱਕੇ ਹੋਣਗੇ ਜਿਹੜੇ ਟਰੈਵਲਰਸ, ਉਹਨਾਂ ਨੂੰ ਉੱਥੇ ਜਾ ਕੇ 3 ਦਿਨ ਦਾ ਹੋਟਲ ਕੁਆਰੰਟਾਈਨ ਨਹੀਂ ਕਰਨਾ ਪਏਗਾ। 11 ਦਿਨ ਦਾ ਜਿਹੜਾ ਬਾਹਰ ਹੋਟਲ ਤੋਂ ਬਾਹਰ ਜਿਹੜਾ ਕੁਆਰੰਟਾਈਨ ਕਰਨਾ ਪੈਂਦਾ ਸੀਗਾ ਉਹ ਵੀ ਨਹੀਂ ਕਰਨਾ ਪਏਗਾ। 8ਵੇਂ ਦਿਨ ਜਿਹੜਾ ਇੱਕ ਕੋਵਿਡ ਦਾ ਟੈਸਟ ਕਰਵਾਉਣਾ ਪੈਂਦਾ ਸੀਗਾ ਉਹ ਵੀ ਨਹੀਂ ਕਰਵਾਉਣਾ ਪਏਗਾ। ਸੋ ਇਹ ਐਗਜ਼ੈਂਪਸ਼ਨਸ ਹੋ ਜਾਣਗੀਆਂ, ਲੇਕਿਨ ਫਲਾਈਟ ਤੋਂ 14 ਦਿਨ ਪਹਿਲਾਂ ਦੋਨੋਂ ਡੋਜ਼ਸ ਲੱਗ ਚੁੱਕੀਆਂ ਹੋਣੀਆਂ ਚਾਹੀਦੀਆਂ, ਜਾਂ 14 ਦਿਨ ਜਾਂ 14 ਦਿਨ ਤੋਂ ਜ਼ਿਆਦਾ ਹੋ ਚੁੱਕੇ ਹੋਣੇ ਚਾਹੀਦੇ ਨੇ। ਜਿਹੜਾ ਤੁਹਾਡਾ ਵੈਕਸੀਨ COVID-19 ਵੈਕਸੀਨ ਦਾ ਜਿਹੜਾ ਡਾਕੂਮੈਂਟ ਹੈਗਾ ਸਰਟੀਫਿਕੇਟ, ਉਹ ਇੰਗਲਿਸ਼ ਜਾਂ ਫਰੈਂਚ ਵਿੱਚ ਹੋਣਾ ਚਾਹੀਦਾ। ਹੋਰ ਕਿਸੇ ਲੈਂਗੁਏਜ ਵਿੱਚ ਹੋਵੇ ਤੇ ਉਸਨੂੰ ਉਹਦੀ ਟਰਾਂਸਲੇਸ਼ਨ ਹੋਣੀ ਚਾਹੀਦੀ ਹੈ। ਫਲਾਈਟ ਤੋਂ ਪਹਿਲਾਂ ਅਪਲੋਡ ਕਰ ਦੇਣਾ ਹੈਗਾ ਅਰਾਈਵ ਕੈਨ ਐਪ ਤੇ, ਇਹ ਵੀ ਜ਼ਰੂਰੀ ਹੈਗਾ। ਲੇਕਿਨ ਹਾਲੇ ਵੀ ਜਾਣ ਤੋਂ ਪਹਿਲਾਂ ਟੈਸਟ ਹੋਏਗਾ 72 ਆਵਰਸ ਦੇ ਵਿੱਚ ਔਰ ਸਿੰਪਟਮਸ ਨਹੀਂ ਹੋਣੇ ਚਾਹੀਦੇ, ਖਾਂਸੀ, ਜ਼ੁਕਾਮ, ਬੁਖਾਰ ਵਗੈਰਾ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਪਿਛਲੇ ਲਾਈਵ ਸੈਸ਼ਨ ਦੇ ਵਿੱਚ ਵੀ ਕੀਤੀਆਂ ਸੀਗੀਆਂ। ਔਰ ਸਾਰਿਆਂ ਨੂੰ ਮੇਰੇ ਵੱਲੋਂ ਐਡਵਾਈਸ ਕਿ ਵੈਕਸੀਨ ਲਗਵਾ ਲੈਣੀ ਚਾਹੀਦੀ ਜਿੰਨੀ ਛੇਤੀ ਹੋ ਸਕੇ। ਔਰ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਹੋਰ ਕਿਸੇ ਕੰਟਰੀ 'ਚ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਗੌਰਮੈਂਟ ਵੱਲੋਂ ਸਪੈਸ਼ਲ ਪ੍ਰੋਵੀਜ਼ਨ, ਸਪੈਸ਼ਲ ਫੈਸਿਲਿਟੀ ਹੈਗੀ ਹੈ ਕਿ 28 ਪਹਿਲੀ ਡੋਜ਼ ਦੇ 28 ਦਿਨ ਦੇ ਬਾਅਦ ਸੈਕੰਡ ਡੋਜ਼ ਵੀ ਲੈ ਸਕਦੇ ਨੇ। ਬਾਕੀਆਂ ਨੂੰ ਜ਼ਿਆਦਾ ਦਿਨ ਦੇ ਡਿਫਰੈਂਸ ਦੀ ਐਡਵਾਈਸ ਕੀਤਾ ਹੈਗਾ ਗੌਰਮੈਂਟ ਨੇ, ਲੇਕਿਨ ਇੰਟਰਨੈਸ਼ਨਲ ਟਰੈਵਲਰਸ ਜਿਹੜੇ ਨੇ 28 ਦਿਨ ਤੋਂ ਬਾਅਦ ਜਦੋਂ ਮਰਜ਼ੀ ਲੈ ਸਕਦੇ ਨੇ। ਇੱਕ ਸਪੈਸ਼ਲ ਫਾਰਮ ਭਰ ਕੇ ਉਹਨਾਂ ਨੂੰ ਪ੍ਰੈਫਰੈਂਸ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਹੈ ਵੈਕਸੀਨ ਉਹਨਾਂ ਨੂੰ ਲਾਈ ਜਾਏਗੀ। ਸਤੰਬਰ ਇਨਟੇਕ ਆਲਮੋਸਟ ਖਤਮ ਹੋ ਗਿਆ ਹੈਗਾ। 2-3 ਕਾਲਜ ਵਿੱਚ ਕੁਝ ਪ੍ਰੋਗਰਾਮ ਜੋ ਬਾਕੀ ਨੇ, ਅਗਰ ਕਿਸੇ ਨੇ ਅਪਲਾਈ ਕਰਨਾ ਹੋਵੇ ਹੁਣ ਵੀ ਛੇਤੀ ਕੰਟੈਕਟ ਕਰਕੇ, ਸਾਡੇ ਆਫਿਸ ਸਾਰੇ ਖੁੱਲ੍ਹ ਚੁੱਕੇ ਨੇ ਔਰ ਅਪਲਾਈ ਕਰ ਸਕਦੇ ਨੇ। ਲੇਕਿਨ ਜਿਨ੍ਹਾਂ ਦੀ ਆਫਰ ਲੈਟਰਸ ਆ ਚੁੱਕੀਆਂ ਨੇ ਉਹ ਹੁਣ ਵੇਟ ਨਾ ਕਰਨ, ਟਾਈਮ ਵੇਸਟ ਨਾ ਕਰਨ, ਛੇਤੀ
ਕਾਲਜ ਦੀ ਫੀਸ GIC ਦੀ ਫੀਸ ਭਰ ਦੇਣ ਔਰ ਬੈਂਕ ਦੀ ਫੀਸ ਰਸੀਦ ਜਿਹੜੀ ਹੈਗੀ TT ਡਿਟੇਲ ਉਹ ਆਪਣੇ ਕੰਸਲਟੈਂਟ ਨੂੰ ਜਿਹੜੇ ਸਾਡੇ ਕਲਾਇੰਟਸ ਨੇ ਉਹ ਸਾਨੂੰ ਦੇ ਦੇਣ ਤਾਂ ਕਿ ਛੇਤੀ ਅਸੀਂ ਫਾਈਲ ਲਾਈਏ ਔਰ ਅੰਬੈਸੀ ਦੇ ਵਿੱਚ ਛੇਤੀ ਹੁਣ ਫਾਈਲ ਸਤੰਬਰ ਇਨਟੇਕ ਦੀ ਲਾ ਦੇਣੀ ਚਾਹੀਦੀ ਹੈ, ਹੁਣ ਲੇਟ ਨਹੀਂ ਕਰਨਾ ਚਾਹੀਦਾ। ਜਨਵਰੀ ਇਨਟੇਕ ਦੇ ਵੀ ਕੁਝ ਪ੍ਰੋਗਰਾਮਸ ਫੁੱਲ ਹੋ ਚੁੱਕੇ ਨੇ ਕੁਝ ਕਾਲਜਿਸ ਦੇ ਵਿੱਚ, ਇਸ ਕਰਕੇ ਜਿਨ੍ਹਾਂ ਨੇ ਅਪਲਾਈ ਕਰਨਾ ਛੇਤੀ ਅਪਲਾਈ ਕਰ ਲੈਣਾ ਚਾਹੀਦਾ ਹੈਗਾ। ਔਰ ਜਿਨ੍ਹਾਂ ਨੇ ਆਈਲੈਟਸ ਦੀ ਬੁਕਿੰਗ ਕਰਵਾ ਲਈ, ਆਈਲੈਟਸ ਦੀ ਬੁਕਿੰਗ ਜ਼ਰੂਰੀ ਹੈਗੀ ਹੈ, ਜਿਨ੍ਹਾਂ ਦੇ ਰਿਜ਼ਲਟਸ ਜਿਨ੍ਹਾਂ ਕੋਲ ਹੈਗੇ ਨੇ, ਐਜੂਕੇਸ਼ਨ ਦੇ ਰਿਜ਼ਲਟਸ ਹੈਗੇ ਨੇ, ਆਈਲੈਟਸ ਨਹੀਂ ਹੈਗੀ ਹਾਲੇ, ਆਈਲੈਟਸ ਦਾ ਰਿਜ਼ਲਟ ਨਹੀਂ ਆਇਆ, ਟੈਸਟ ਨਹੀਂ ਦਿੱਤਾ, ਆਈਲੈਟਸ ਦੀ ਬੁਕਿੰਗ ਕਰਵਾ ਕੇ ਉਸ ਦੀ ਰਸੀਦ ਦੇ ਨਾਲ ਕੰਡੀਸ਼ਨਲ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹਾਂ ਕੁਝ ਕਾਲਜਿਸ ਦੇ ਵਿੱਚ। ਔਰ ਜਿਨ੍ਹਾਂ ਕੋਲੇ ਆਈਲੈਟਸ ਦਾ ਰਿਜ਼ਲਟ ਹੈਗਾ, ਐਜੂਕੇਸ਼ਨ ਦਾ ਰਿਜ਼ਲਟ ਨਹੀਂ ਆਇਆ, ਉਹਨਾਂ ਵਾਸਤੇ ਵੀ ਕੁਝ ਕਾਲਜਿਸ ਪੋਸੀਬਲ ਹੈਗਾ ਅਪਲਾਈ ਕਰ ਸਕਦੇ ਹਾਂ ਕੰਡੀਸ਼ਨਲ ਆਫਰ ਲੈਟਰ ਵਾਸਤੇ। ਜ਼ਿਆਦਾਤਰ ਕਾਲਜਿਸ ਐਜੂਕੇਸ਼ਨ ਦਾ ਰਿਜ਼ਲਟ ਵੀ ਮੰਗਦੇ ਨੇ ਔਰ ਆਈਲੈਟਸ ਦਾ ਰਿਜ਼ਲਟ ਵੀ ਮੰਗਦੇ ਨੇ। ਉਹਨਾਂ ਵਿੱਚ ਅਪਲਾਈ ਕਰਨ ਵਾਸਤੇ ਆਪਾਂ 31 ਜੁਲਾਈ ਨੂੰ ਜਿਸ ਤਰ੍ਹਾਂ ਕਿ CBSE ਬੋਰਡ ਦਾ ਰਿਜ਼ਲਟ ਆਉਣਾ ਹੈਗਾ ਉਸ ਦੀ ਵੇਟ ਕਰਾਂਗੇ ਔਰ ਆਈਲੈਟਸ ਦੇ ਰਿਜ਼ਲਟ ਦੀ ਵੀ ਵੇਟ ਕਰਾਂਗੇ। ਲੇਕਿਨ ਇੱਕ ਖਾਸ ਐਡਵਾਈਸ ਕਿ ਆਨਲਾਈਨ ਰਿਜ਼ਲਟ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਹਾਂ। ਆਈਲੈਟਸ ਦਾ ਆਨਲਾਈਨ ਰਿਜ਼ਲਟ ਆਇਆ ਹੋਵੇ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿੰਨੇ ਬੈਂਡਸ ਨੇ ਔਰ ਉਸ ਦੇ ਨਾਲ ਆਪਾਂ ਆਨਲਾਈਨ ਅਪਲਾਈ ਕਰ ਦੇਵਾਂਗੇ। ਆਈਲੈਟਸ ਤੇ TRF ਜਿਹੜੀ ਹੈਗੀ ਆ ਉਸ ਨੂੰ ਹਫਤਾ 10 ਦਿਨ ਲੱਗ ਜਾਂਦਾ ਆਉਣ ਨੂੰ, ਉਸ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਈਲੈਟਸ ਦੀ TRF ਔਰ ਬਾਕੀ ਡਾਕੂਮੈਂਟਸ ਜਿਹੜੇ ਆਪਾਂ 2-3 ਹਫ਼ਤੇ ਬਾਅਦ 10 ਦਿਨ ਬਾਅਦ ਭੇਜ ਸਕਦੇ ਹਾਂ ਤਾਂ ਕਿ ਆਪਾਂ ਆਪਣੀ ਜਿਹੜੀ ਐਪਲੀਕੇਸ਼ਨ ਹੈ ਛੇਤੀ ਲਾਈਨ ਦੇ ਵਿੱਚ ਲੱਗ ਸਕੇ ਔਰ ਪ੍ਰੈਫਰੈਂਸ ਦੇ ਵਿੱਚ ਆਪਾਂ ਨੂੰ ਐਡਮਿਸ਼ਨ ਦੀ ਜਿਹੜੀ ਹੈਗੀ ਆ ਪ੍ਰੈਫਰੈਂਸ ਮਿਲ ਸਕੇ। ਕਿਉਂਕਿ ਹੋ ਸਕਦਾ ਹੈ ਕਿ ਅੱਜ ਅਪਲਾਈ ਕਰੀਏ ਤੇ ਸੀਟ ਮਿਲ ਜਾਵੇ, 10 ਦਿਨ ਬਾਅਦ ਅਪਲਾਈ ਕਰੀਏ ਤੇ ਆਪਾਂ ਨੂੰ ਆਪਣੀ ਜਿਹੜੀ ਪ੍ਰੈਫਰੈਂਸ ਦਾ ਆਪਣੀ ਜਿਹੜਾ ਚੁਣਿੰਦਾ ਆਪਾਂ ਜਿਹੜਾ ਚੂਜ਼ ਕੀਤਾ ਕਾਲਜ ਕੋਰਸ ਉਹ ਨਾ ਮਿਲੇ। ਜਦੋਂ ਅਸੀਂ ਅਪਲਾਈ ਕਰਨ ਲੱਗਦੇ ਹਾਂ ਸਾਨੂੰ ਪਤਾ ਹੁੰਦਾ ਕਿ ਇਸ ਕਾਲਜ ਦੀਆਂ ਇਸ ਪ੍ਰੋਗਰਾਮ ਦੀਆਂ ਸੀਟਾਂ ਅਵੇਲੇਬਲ ਹੈਗੀਆਂ ਨੇ, ਲੇਕਿਨ ਇਹ ਨਹੀਂ ਸਾਨੂੰ ਕਿਸੇ ਵੀ ਕੰਸਲਟੈਂਟ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੀਆਂ ਸੀਟਾਂ ਅਵੇਲੇਬਲ ਨੇ। ਔਰ ਅਪਲਾਈ ਕਰ ਦਿੰਦੇ ਹਾਂ ਔਰ ਜਦੋਂ ਸਾਡੀ ਐਪਲੀਕੇਸ਼ਨ ਚੱਕੀ ਜਾਂਦੀ ਹੈ 2-3-4 ਹਫ਼ਤੇ ਬਾਅਦ, ਡਿਪੈਂਡ ਕਰਦਾ ਉਦੋਂ ਕਾਲਜ ਦੇ ਵਿੱਚ ਸੀਟ ਅਵੇਲੇਬਲ ਹੈ ਕਿ ਨਹੀਂ। ਸੋ ਅਗਰ ਸੀਟ ਅਵੇਲੇਬਲ ਹੁੰਦੀ ਹੈ ਤੇ ਆਫਰ ਲੈਟਰ ਦੇ ਦਿੰਦੇ ਨੇ, ਅਗਰ ਸੀਟ ਨਹੀਂ ਅਵੇਲੇਬਲ ਹੁੰਦੀ ਤੇ ਸਿੰਪਲੀ ਇੱਕ ਈਮੇਲ ਪਾ ਦਿੰਦੇ ਨੇ ਕਾਲਜ ਸਾਨੂੰ ਕਿ ਹੁਣ ਸੀਟਾਂ ਇਸ ਪ੍ਰੋਗਰਾਮ ਦੀਆਂ ਫੁੱਲ ਹੋ ਗਈਆਂ ਨੇ। ਕਿ ਤਾਂ ਹਰ ਇੱਕ ਕਾਲਜ ਦੇ ਵਿੱਚ 2 ਜਾਂ 3 ਆਪਸ਼ਨਸ ਅਪਲਾਈ ਕਰਨ ਦੀ ਆਪਣੇ ਕੋਲੇ ਇਜਾਜ਼ਤ ਹੁੰਦੀ ਹੈ। ਸੋ ਸਾਰੇ ਸਟੂਡੈਂਟਸ ਪੇਰੈਂਟਸ ਨੂੰ ਮੇਰੇ ਵੱਲੋਂ ਐਡਵਾਈਸ ਕਿ ਕਿਸੇ ਵੀ ਮੰਨ ਲਓ ਕਿਸੇ ਕਾਲਜ ਦੇ ਵਿੱਚ ਵੀ ਜਾਣਾ, ਮੰਨ ਲਓ ਸੈਨਿਕਾ ਕਾਲਜ ਜਾਣਾ ਹੈਗਾ ਤੇ ਨੰਬਰ 1 ਪ੍ਰੈਫਰੈਂਸ ਦਾ ਪ੍ਰੋਗਰਾਮ, ਫਿਰ ਨੰਬਰ 2 ਪ੍ਰੈਫਰੈਂਸ ਦਾ ਪ੍ਰੋਗਰਾਮ ਦਾ ਮਤਲਬ ਇਹ ਕਿ ਅਗਰ ਫਸਟ ਪ੍ਰੈਫਰੈਂਸ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਸੀਟ ਨਹੀਂ ਮਿਲਦੀ ਤੇ 2 ਪ੍ਰੈਫਰੈਂਸ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਸੀਟ ਮਿਲ ਜਾਵੇ। ਕਿਉਂਕਿ ਐਪਲੀਕੇਸ਼ਨ ਫੀਸ ਤਾਂ ਲੱਗ ਹੀ ਜਾਣੀ ਹੈ, ਭਾਵੇਂ 1 ਪ੍ਰੋਗਰਾਮ ਭਰੀਏ ਭਾਵੇਂ 2 ਪ੍ਰੋਗਰਾਮ ਭਰੀਏ। ਸੋ 2 ਜਾਂ 3 ਪ੍ਰੋਗਰਾਮਸ ਭਰ ਲੈਣੇ ਚਾਹੀਦੇ ਨੇ। ਔਰ ਦੂਸਰਾ 2 ਜਾਂ 3 ਕਾਲਜਿਸ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈਗਾ। ਹੋ ਸਕਦਾ ਹੈ ਕਿ ਆਪਣੀ ਫਸਟ ਪ੍ਰੈਫਰੈਂਸ ਪਹਿਲੇ ਇੱਕ ਕਾਲਜ ਤੋਂ ਨਾ ਆਵੇ ਤੇ ਫਿਰ ਦੂਸਰੇ ਕਾਲਜ ਤੋਂ ਆ ਜਾਏਗੀ। ਅਦਰਵਾਈਜ਼ ਇੱਕ ਕਾਲਜ ਵਿੱਚ ਇਕੱਲੇ ਭਰਾਂਗੇ ਤਾਂ ਮਹੀਨੇ ਬਾਅਦ ਉਸਨੇ ਕਹਿ ਦੇਣਾ ਸੀਟ ਫੁੱਲ ਹੈ ਤੇ ਫਿਰ ਆਪਾਂ ਲੇਟ ਹੋ ਜਾਵਾਂਗੇ। ਸੋ ਪਲਾਨ B ਦਾ ਮਤਲਬ ਪਹਿਲੇ ਕਾਲਜ ਵਿੱਚ ਨਹੀਂ ਆਈ ਜਿਹੜਾ ਸਾਡਾ ਫਸਟ ਪ੍ਰੈਫਰੈਂਸ ਦਾ ਕਾਲਜ ਸੀ, 2 ਪ੍ਰੈਫਰੈਂਸ ਵਾਲੇ ਕਾਲਜ ਵਿੱਚ ਆ ਜਾਂਦੀ ਹੈ ਤੇ ਆਪਾਂ ਉੱਥੇ ਵੀਜ਼ਾ ਲਗਵਾ ਲਵਾਂਗੇ। ਸੋ ਓਵਰਆਲ 6 not less than 5.5 ਬੈਂਡਸ ਦੇ ਨਾਲ ਕਾਲਜਿਸ ਵੀ ਆਫਰ ਲੈਟਰ ਦਿੰਦੇ ਨੇ, 10 ਵਿੱਚੋਂ 3 ਪੋਸਟ ਸੈਕੰਡਰੀ ਵਾਸਤੇ ਵੀ ਔਰ ਪੋਸਟ ਗ੍ਰੈਜੂਏਟ ਵਾਸਤੇ ਵੀ ਕੁਝ ਕਾਲਜਿਸ ਦਿੰਦੇ। ਸੋ ਵੀਜ਼ੇ ਵੀ ਲੱਗਦੇ ਆ। ਸੋ ਵੈਲਕਮ, ਅਪਲਾਈ ਕਰ ਲਾਂਗੇ ਕਾਲਜ ਦੇ ਵਿੱਚ ਵੀ ਔਰ ਫਿਰ ਆਫਰ ਲੈਟਰ ਆਏਗੀ, ਫੀਸ ਭਰਾਂਗੇ, ਅੰਬੈਸੀ ਵਿੱਚ ਵੀ ਅਪਲਾਈ ਕਰ ਲਾਂਗੇ। ਲੇਕਿਨ ਮੇਰੇ ਵੱਲੋਂ ਐਡਵਾਈਸ ਕਿ ਕੋਈ ਵੀਜ਼ਾ ਆਫੀਸਰ 10 ਵਿੱਚੋਂ 1 ਕੇਸ, 100 ਵਿੱਚੋਂ 10-15 ਕੇਸਿਸ ਦੇ ਵਿੱਚ ਆਬਜੈਕਸ਼ਨ ਲਾ ਦਿੰਦੇ ਨੇ ਕਿ ਇਸ ਬੱਚੇ ਦੇ 5.5 ਨੇ
ਕਿਸੇ ਮੋਡਿਊਲ ਦੇ ਵਿੱਚ। ਸੋ ਹੋਰ ਵੀਜ਼ਾ ਚਾਂਸਿਸ ਵਧਾਉਣ ਵਾਸਤੇ ਸਟੂਡੈਂਟਸ ਨੂੰ ਮੇਰੀ ਐਡਵਾਈਸ, ਪੇਰੈਂਟਸ ਨੂੰ ਐਡਵਾਈਸ ਕਿ ਬੱਚੇ 2, 3, 4 ਵਾਰ ਆਇਲਟਸ ਦੇ ਕੇ, ਖਾਸ ਤੌਰ ਤੇ ਗ੍ਰੈਜੂਏਟ ਜਿਹੜੇ ਨੇ ਉਹ ਹਮੇਸ਼ਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਵੀ ਹੀ ਜਾਣਗੇ, ਪੋਸਟ ਸੈਕੰਡਰੀ ਵਿੱਚ ਨਹੀਂ ਜਾਣਾ ਚਾਹੀਦਾ। ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ 6.5 ਨਾਟ ਲੈਸ ਦੈਨ 6 ਜਾਂ 6 ਈਚ ਲੈ ਲੈਣੇ ਚਾਹੀਦੇ ਨੇ ਤਾਂ ਕਿ ਵੀਜ਼ਾ ਚਾਂਸਿਸ ਬਹੁਤ ਹਾਈ ਹੋਣ। ਸੋ ਇਸ ਗੱਲ ਦਾ ਖਿਆਲ ਰੱਖਣਾ ਹੈ। ਇਹ ਨਹੀਂ ਕਿ ਇੱਕ ਵਾਰ ਟੈਸਟ ਦਿੱਤਾ ਓਵਰਆਲ 6 ਨਾਟ ਲੈਸ ਦੈਨ 5.5 ਆ ਗਏ ਤੇ ਦੁਬਾਰਾ ਆਪਾਂ ਦੇਣਾ ਹੀ ਨਹੀਂ। ਬੱਚੇ ਡਰਦੇ ਨੇ ਜਾਂ ਝਿਜਕਦੇ ਨੇ, ਨਹੀਂ ਦੇਣਾ ਚਾਹੁੰਦੇ। ਲੇਕਿਨ ਮੇਰੀ ਐਡਵਾਈਸ ਕਿ ਡੂ ਯੋਰ ਬੈਸਟ ਐਫਰਟ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਰ ਤਿਆਰੀ ਕਰੋ, ਚੰਗੀ ਤਰ੍ਹਾਂ ਤਿਆਰੀ ਕਰਕੇ ਇੱਕ ਵੱਡਾ ਜਿਹੜਾ ਹੈਗਾ ਤੁਹਾਡਾ ਸੁਪਨਾ ਹੈਗਾ, ਵੱਡਾ ਇੱਕ ਮੈਟਰ ਹੈਗਾ, ਔਰ ਉਸ ਨੂੰ ਜਿਹੜਾ ਹੈ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਔਰ ਜ਼ਿਆਦਾ ਤਿਆਰੀ ਕਰਕੇ, ਪੂਰੀ ਮਿਹਨਤ ਕਰਕੇ, ਔਰ ਉਹੀ ਟੀਵੀ ਵੀਡੀਓਜ਼, ਫੇਸਬੁੱਕ ਤੇ WhatsApp ਵਗੈਰਾ ਤੋਂ ਦੂਰ ਹੋ ਕੇ ਟਾਈਮ ਸਪੇਅਰ ਕਰਕੇ, ਪੂਰਾ ਟਾਈਮ ਲਾ ਕੇ ਪੜ੍ਹਾਈ ਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ 6 ਈਚ ਜਾਂ 6.5 ਪੋਸਟ ਗ੍ਰੈਜੂਏਟ ਵਾਸਤੇ। ਪੋਸਟ ਸੈਕੰਡਰੀ ਵਾਸਤੇ ਜ਼ਿਆਦਾਤਰ ਓਵਰਆਲ 6 ਨਾਟ ਲੈਸ ਦੈਨ 5.5 ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਮਤਲਬ ਕਿ ਠੀਕ ਹੈਗਾ, ਬਹੁਤ ਹਾਈ ਵੀਜ਼ਾ ਚਾਂਸਿਸ ਨੇ। ਅਗੇਨ ਫਿਰ ਵੀ ਮੇਰੀ ਐਡਵਾਈਸ ਕਿ 6 ਈਚ ਦੀ ਕੋਸ਼ਿਸ਼ ਕਰਨੀ ਚਾਹੀਦੀ। PTE ਤੇ TOEFL ਇਹ ਵੀ ਕਾਲਜਿਸ ਐਕਸੈਪਟ ਕਰਦੇ ਨੇ ਔਰ ਵੀਜ਼ਾ ਵੀ ਬਹੁਤ ਸਾਰੇ ਲੋਕਾਂ ਦੇ ਆਉਂਦੇ ਨੇ। ਅਗੇਨ ਫਿਰ ਵੀ PTE TOEFL ਜਿਨ੍ਹਾਂ ਨੇ ਕੀਤੀ ਆ ਉਹਨਾਂ ਦੀ ਫਾਈਲ ਨਾਨ SDS ਜਾਂ ਜਨਰਲ ਕੈਟੇਗਰੀ ਦੇ ਵਿੱਚ ਲੱਗਦੀ ਹੈ। ਸੋ ਬੈਟਰ ਹੈਗਾ ਕਿ ਆਈਲਟਸ ਦੀ ਕੋਸ਼ਿਸ਼ ਕਰ ਲਓ। ਜੇ ਆਈਲਟਸ ਦੇ ਵਿੱਚ 2, 3, 4 ਵਾਰ ਆਈਲਟਸ ਦੇ ਕੇ ਵੀ ਨਹੀਂ ਬੈਂਡ ਆਉਂਦੇ, ਦੈਨ ਓਨਲੀ ਆਪਾਂ PTE ਜਾਂ TOEFL ਦੇ ਆਧਾਰ ਤੇ ਦੇ ਬੇਸ ਤੇ ਆਪਾਂ ਫਾਈਲ ਅੰਬੈਸੀ ਵਿੱਚ ਲਾਵਾਂਗੇ। ਕਿਊਬੈਕ ਦੇ ਜ਼ਿਆਦਾਤਰ ਸਟੂਡੈਂਟਸ ਨੇ 30 ਦਿਨ ਪੂਰੇ ਹੋ ਚੁੱਕੇ ਨੇ ਜਾਂ ਹੋਣ ਵਾਲੇ ਨੇ। ਜ਼ਿਆਦਾਤਰ ਸਟੂਡੈਂਟ ਨੇ, ਅਸੀਂ ਵੀ, ਸਾਡੇ ਆਪਣੇ ਸਟੂਡੈਂਟਸ ਜਿਹੜੇ ਕਿਊਬੈਕ ਵਾਲੇ ਸੀ ਉਹਨਾਂ ਨੂੰ ਡਿਮਾਂਡ ਲੈਟਰਸ, ਰਿਕੁਆਇਰਮੈਂਟ ਲੈਟਰਸ ਅੰਬੈਸੀ ਵੱਲੋਂ ਆਈਆਂ ਸੀਗੀਆਂ ਤੇ ਉਹਨਾਂ ਨੇ ਅਪਡੇਟਡ ਸਟੱਡੀ ਪਲਾਨ ਔਰ ਫਾਈਨੈਂਸ਼ੀਅਲ ਡਾਕੂਮੈਂਟਸ ਦਾ ਮਤਲਬ ਕਿ ਉਹਨਾਂ ਦੇ 6 months ओल्ड फंड्स और इनकम ਦੇ ਪ੍ਰੂਫ ਔਰ ਇੱਕ ਜਿਹੜਾ ਰਿਪਰੈਜ਼ੈਂਟੇਟਿਵ ਫਾਰਮ ਅਪਡੇਟਡ ਜਿਹੜਾ ਇਹ ਭੇਜਣਾ ਸੀ। ਅਸੀਂ ਜ਼ਿਆਦਾਤਰ ਭੇਜ ਦਿੱਤੇ ਨੇ ਸਟੂਡੈਂਟਸ ਦੇ ਐਂਡ ਹਾਲੇ ਰਿਜ਼ਲਟਸ ਆਉਣੇ ਸ਼ੁਰੂ ਨਹੀਂ ਹੋਏ। ਲੇਕਿਨ ਲੈਟ ਅਸ ਹੋਪ, ਰੱਬ ਮਿਹਰ ਕਰੇ, ਮੇਰੀਆਂ ਗੁੱਡ ਵਿਸ਼ੇਸ ਉਹਨਾਂ ਸਾਰੇ ਸਟੂਡੈਂਟਸ ਵਾਸਤੇ, ਕਿਊਬੈਕ ਵਾਸਤੇ, ਕਿ ਉਹਨਾਂ ਦੀ ਪ੍ਰੋਬਲਮ ਤਾਂ ਦੂਰ ਹੋਊਗੀ, ਕਿ ਉਹਨਾਂ ਦੀ ਰਿਸਪੌਂਸ ਅੰਬੈਸੀ ਤੋਂ ਆ ਗਿਆ। 8-10 ਮਹੀਨੇ ਤੱਕ ਜਿਹੜੇ ਅੰਬੈਸੀ ਵੱਲੋਂ ਇਹ ਰਿਜ਼ਲਟਸ ਰੁਕੇ ਹੋਏ ਸੀ, ਕੋਈ ਰਿਸਪੌਂਸ ਨਹੀਂ ਆ ਰਿਹਾ ਸੀਗਾ। ਲੇਕਿਨ ਹੁਣ ਰਿਜ਼ਲਟਸ ਆਉਣ ਤੇ ਵੀਜ਼ੇ ਆ ਜਾਣ, ਇਸ ਦੀ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਪਿਛਲੇ ਲਾਈਵ ਸੈਸ਼ਨ 'ਚ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ, 31 ਜੁਲਾਈ ਤੱਕ ਤਾਂ ਬੰਦ ਨੇ ਫਲਾਈਟਸ, ਲੇਕਿਨ ਆਈ ਹੋਪ ਕਿ ਉਸ ਤੋਂ ਬਾਅਦ ਛੇਤੀ ਜ਼ਰੂਰ ਖੁੱਲਣਗੀਆਂ ਕਿਉਂਕਿ ਕਰੋਨਾ ਦੇ ਕੇਸਿਸ ਕਾਫੀ ਘਟ ਗਏ ਨੇ। ਔਰ ਜਿਹੜੇ ਟਰੈਵਲਰਸ ਨੇ ਫੁੱਲੀ ਵੈਕਸੀਨੇਟਡ ਦਾ ਮਤਲਬ ਦੋਨੋਂ ਡੋਜ਼ੇਜ ਲਾ ਚੁੱਕੇ ਹੋਣਗੇ, ਟਰੈਵਲ ਡੇਟ ਤੋਂ 14 ਦਿਨ ਜਾਂ ਉਸ ਤੋਂ ਜ਼ਿਆਦਾ ਦਿਨ ਹੋ ਚੁੱਕੇ ਹੋਣੇ ਚਾਹੀਦੇ ਨੇ ਸੈਕੰਡ ਡੋਜ਼ ਨੂੰ ਵੀ। ਤੇ ਫਿਰ ਇਹੋ ਜਿਹੇ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ 3 ਦਿਨ ਦਾ ਹੋਟਲ ਕੁਆਰੰਟਾਈਨ ਕੈਨੇਡਾ ਵਿੱਚ ਪਹੁੰਚ ਕੇ, ਔਰ 11 ਦਿਨ ਦਾ ਹੋਟਲ ਤੋਂ ਬਾਹਰ ਦਾ ਕੁਆਰੰਟਾਈਨ, ਔਰ 8ਵੇਂ ਦਿਨ ਕੋਵਿਡ ਦਾ ਟੈਸਟ। ਇਹ ਸਾਰੀ ਐਗਜ਼ੈਂਪਸ਼ਨਸ ਹੋਣਗੀਆਂ, ਨਹੀਂ ਕੁਆਰੰਟਾਈਨ ਕਰਨਾ ਪੈਣਾ। ਜਿਹੜਾ ਉਹਨਾਂ ਦਾ ਕੋਵਿਡ ਸਰਟੀਫਿਕੇਟ, ਕੋਵਿਡ ਵੈਕਸੀਨ ਦਾ ਸਰਟੀਫਿਕੇਟ ਹੈਗਾ, ਉਹ ਇੰਗਲਿਸ਼ ਜਾਂ ਫਰੈਂਚ ਵਿੱਚ ਹੋਣਾ ਚਾਹੀਦਾ ਹੈਗਾ। ਨਹੀਂ ਹੈਗਾ ਤੇ ਟ੍ਰਾਂਸਲੇਸ਼ਨ ਜ਼ਰੂਰੀ ਹੈਗੀ ਹੈ। ਔਰ ਫਲਾਈਟ ਲੈਣ ਤੋਂ ਪਹਿਲਾਂ ਅਰਾਈਵ ਕੈਨ ਐਪ ਦੇ ਵਿੱਚ ਅਪਲੋਡ ਕਰਨਾ ਹੈਗਾ। ਲੇਕਿਨ ਜਾਣ ਤੋਂ ਪਹਿਲਾਂ 72 ਆਵਰਸ ਦੇ ਵਿੱਚ ਦਾ ਕੋਵਿਡ ਟੈਸਟ ਕਰਵਾਉਣਾ ਪਏਗਾ। ਔਰ ਸਿੰਪਟਮਸ ਨਹੀਂ ਹੋਣੇ ਚਾਹੀਦੇ, ਖਾਂਸੀ ਜ਼ੁਕਾਮ ਬੁਖਾਰ ਨਹੀਂ ਹੋਣਾ ਚਾਹੀਦਾ। ਔਰ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਨੇ ਉਹਨਾਂ ਨੂੰ ਇੰਡੀਅਨ ਗੌਰਮੈਂਟ ਵੱਲੋਂ ਸਪੈਸ਼ਲ ਪ੍ਰੋਵੀਜ਼ਨ, ਸਪੈਸ਼ਲ ਫੈਸਿਲਿਟੀ, ਇੱਕ ਤਾਂ ਬਾਕੀਆਂ ਨੂੰ ਜ਼ਿਆਦਾ ਦਿਨ ਦੇ ਗੈਪ ਦੀ ਲੋੜ ਹੁੰਦੀ ਸੈਕੰਡ ਡੋਜ਼ ਦੇ ਵਿੱਚ, ਫਸਟ ਡੋਜ਼ ਤੋਂ ਬਾਅਦ ਸੈਕੰਡ ਡੋਜ਼ ਦੇ ਵਿੱਚ। ਲੇਕਿਨ ਇਹਨਾਂ ਨੂੰ ਇੰਟਰਨੈਸ਼ਨਲ ਟਰੈਵਲਰਸ ਨੂੰ 28 ਦਿਨ ਤੋਂ ਬਾਅਦ ਜਦੋਂ ਮਰਜ਼ੀ ਲਗਵਾ ਸਕਦੇ ਨੇ ਸੈਕੰਡ ਡੋਜ਼।
ਔਰ ਇੱਕ ਫਾਰਮ ਭਰਨਾ ਪਏਗਾ। ਪ੍ਰੈਫਰੈਂਸ ਦੇ ਆਧਾਰ ਤੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਵੈਕਸੀਨ ਲਗਾਈ ਜਾਏਗੀ ਔਰ ਲਗਵਾ ਲੈਣੀ ਚਾਹੀਦੀ ਹੈ ਸਾਰਿਆਂ ਨੂੰ, ਤਾਂ ਕਿ ਕੁਆਰੰਟੀਨ ਦੀ ਐਗਜ਼ੈਂਪਸ਼ਨ ਲੈ ਸਕਣ। ਟੂਰਿਸਟ ਵੀਜ਼ਾ, ਸਪਾਊਸ ਵੀਜ਼ਾ ਦੇ ਵੀ VFS ਦੇ ਵਿੱਚ ਬਾਇਓਮੈਟ੍ਰਿਕਸ ਹੋਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਫਾਈਲਸ ਤਾਂ ਪਹਿਲਾਂ ਵੀ ਸਬਮਿਟ ਹੁੰਦੀਆਂ ਪਈਆਂ ਸੀਗੀਆਂ, ਲੇਕਿਨ ਇਹ ਨਹੀਂ ਪਤਾ ਸੀ ਕਿ ਬਾਇਓਮੈਟ੍ਰਿਕਸ ਕਦੋਂ ਹੋਣਗੇ। ਸੋ ਇਹ ਉਹ ਜਿਹੜੀ ਫਾਈਲਸ ਨੇ ਹੋਲਡ ਤੇ ਰਹਿਣੀਆਂ ਸੀਗੀਆਂ ਉਦੋਂ ਤੱਕ, ਲੇਕਿਨ ਹੁਣ ਕਿਉਂਕਿ ਬਾਇਓਮੈਟ੍ਰਿਕਸ ਸ਼ੁਰੂ ਹੋ ਗਏ ਨੇ, ਤੇ ਹੁਣ ਆਪਾਂ ਜਿਸ ਨੇ ਵੀ ਆਪਣਾ